ਆਓ ਸੁਣੀਏ ਗੁਰਬਖਸ਼ ਸਿੰਘ ਦਾ ਲਿਖਿਆ ਮਿਰਜ਼ਾ ਸਾਹਿਬਾਂ ਦੇ ਕਿੱਸੇ ਦਾ ਬਿਰਤਾਂਤ। ਲਟਕਦੀ ਮਟਕਦੀ ਇੱਕ ਕੁੜੀ ਰਵਾਂ ਰਵੀ ਤੁਰੀ ਜਾਂਦੀ ਇੱਕ ਬੂਹੇ ਅੱਗੇ ਖੜੋ ਕੇ ਆਵਾਜ਼ ਦਿੰਦੀ ਹੈ। ਅੰਦਰੋਂ ਉਹਦੇ ਜਿੱਡਾ ਹੀ ਮੁੰਡਾ ਕਾਲੀ ਕਾਲੀ ਨਿਕਲਦਾ ਹੈ ਤੇ ਨਾ ਕਰਦੀ ਕੁੜੀ ਕੋਲੋਂ ਉਹਦਾ ਬਸਤਾ ਫੜ ਕੇ ਆਪਣੇ ਬਸਤੇ ਨਾਲ ਚੁੱਕ ਲੈਂਦਾ ਹੈ ਤੇ ਦੋਵੇਂ ਤੁਰ ਪੈਂਦੇ ਹਨ। ਪਰ ਮਿਰਜ਼ਿਆ, ਤੂੰ ਮੇਰਾ ਬਸਤਾ ਮੈਨੂੰ ਕਿਉਂ ਨਹੀਂ ਚੁੱਕਣ ਦਿੰਦਾ? ਤੇਰਾ ਬਸਤਾ ਚੁੱਕਿਆਂ ਮੇਰਾ ਮਸੀਤੇ ਜਾਣ ਨੂੰ ਜੀ ਕਰ ਆਉਂਦਾ ਏ। ਉਂਝ ਪੜ੍ਹਨਾ ਮੈਨੂੰ ਚੰਗਾ ਨਹੀਂ ਲੱਗਦਾ। ਮੁੰਡੇ ਨੇ ਭੋਲੇ ਭਾਅ ਜਵਾਬ ਦਿੱਤਾ। ਪਰ ਮੈਂ ਤੈਨੂੰ ਆਨੀ ਆ ਤੂੰ ਪੜ੍ਹਿਆ ਕਰ। ਮੈਨੂੰ ਪੜ੍ਹਿਆਂ ਬੜਾ ਸਵਾਦ ਆਉਂਦਾ ਹੈ। ਅੱਜ ਕੱਲ੍ਹ ਮੈਂ ਬੜੀ ਸਵਾਦਲੀ ਇੱਕ ਕਿਤਾਬ ਪੜ੍ਹਨੀ ਆ। ਤੇ ਕੁੜੀ ਨੇ ਆਪਣੇ ਨਾਲ ਲੱਗ ਕੇ ਤੁਰੇ ਜਾਂਦੇ ਸਾਥੀ ਦੇ ਲੱਕ ਦੁਆਲੇ ਬਾਂਹ ਫੇਰ ਦਿੱਤੀ। ਚੰਗਾ ਸਾਹਿਬਾਂ, ਜੀਕਰ ਤੂੰ ਆਖੇਂ ਮੈਂ ਪੜ੍ਹਿਆ ਕਰਾਂਗਾ, ਪਰ ਜੋ ਕੁਝ ਮੌਲਵੀ ਪੜ੍ਹਾਉਂਦਾ ਹੈ ਉਹਦੀ ਮੈਨੂੰ ਕੁਝ ਸਮਝ ਨਹੀਂ ਪੈਂਦੀ। ਆਪਣੀ ਵੱਖੀ ਨਾਲ ਲੱਗੇ ਹੱਥ ਦੀਆਂ ਉਂਗਲਾਂ ਉਹ ਦਿਲ ਹੀ ਦਿਲ ਵਿੱਚ ਗਿਣ ਰਿਹਾ ਸੀ। ਮੌਲਵੀ ਆਇਆ ਤੇ ਥੜੀ ਉੱਤੇ ਬਹਿ ਗਿਆ। ਮੌਲਵੀ ਨੇ ਜਮਾਤ ਵਿੱਚ ਮਿਰਜ਼ੇ ਵੱਲ ਤੱਕਿਆ। ਉਹ ਸਾਹਿਬਾਂ ਦੇ ਸੱਜੇ ਪਾਸੇ ਬੇਸ਼ੌਕ ਜਿਹਾ ਬੈਠਾ ਸੀ। ਸਾਹਿਬਾਂ, ਇਸ ਆਪਣੇ ਸਾਥੀ ਨੂੰ ਵੀ ਪੜ੍ਹਨ ਦਾ ਸਵਾਦ ਪਾ। ਇਹ ਵੇਖ ਕਿਸ ਤਰ੍ਹਾਂ ਡੁੰਨਵੱਟਾ ਬਣਿਆ ਬੈਠਾ ਹੈ। ਮਸੀਤੋਂ ਬਾਹਰ ਇਹ ਬੜਾ ਚੁਸਤ ਹੁੰਦਾ ਏ। ਜੀ, ਅੱਜ ਮੈਂ ਇਹਨੂੰ ਸਮਝਾਇਆ ਸੀ। ਆਂਦਾ ਸੀ ਅੱਗੋਂ ਪੜ੍ਹਿਆ ਕਰਾਂਗਾ। ਸੁਣੇ ਮਿਰਜ਼ਿਆ, ਜੇ ਕੱਲ ਵੀ ਤੂੰ ਮੈਨੂੰ ਇਸੇ ਤਰ੍ਹਾਂ ਪੱਥਰ ਸ਼ਕਲ ਬੈਠਾ ਦਿਸਿਓ ਤਾਂ ਮੈਂ ਤੇਰੇ ਪਿਓ ਨੂੰ ਸੁਨੇਹਾ ਘੱਲਾਂਗਾ ਕਿ ਤੈਨੂੰ ਦਾਨਾਬਾਦ ਲੈ ਜਾਏ। ਇੱਥੇ ਐਵੇਂ ਤੂੰ ਆਪਣਾ ਤੇ ਮੇਰਾ ਵਕਤ ਜ਼ਾਇਆ ਪਿਆ ਕਰਨਾ। ਇੱਕ ਹਫ਼ਤਾ ਮੌਲਵੀ ਜੀ ਤੁਸੀਂ ਹੋਰ ਵੇਖ ਲਓ, ਸਾਹਿਬਾਂ ਬੋਲ ਪਈ। ਮੈਂ ਭੂਆ ਬੀਬੋ ਦੇ ਘਰ ਜਾ ਕੇ ਇਹਨੂੰ ਪੜ੍ਹਾਇਆ ਕਰਾਂਗੀ। ਇਹਨੂੰ ਅਜੇ ਸ਼ੌਕ ਹੀ ਨਹੀਂ ਪਿਆ। ਸਿਆਣਾ ਤਾਂ ਇਹ ਬੜਾ ਜੇ। ਮਸੀਤੋਂ ਛੁੱਟੀ ਹੁੰਦਿਆਂ ਸਾਹਿਬਾਂ ਮਿਰਜ਼ੇ ਦੇ ਨਾਲ ਭੂਆ ਬੀਬੋ ਦੇ ਘਰ ਗਈ ਤੇ ਉਹਨੂੰ ਮੌਲਵੀ ਦੀ ਆਖੀ ਸੁਣਾਈ। ਪੜ੍ਹਨ ਲਈ ਬੀਬੋ ਨੇ ਅੱਗੇ ਵੀ ਕਈ ਵਾਰੀ ਮਿਰਜ਼ੇ ਨੂੰ ਆਖਿਆ ਸੀ, ਪਰ ਜਿਹੜੀ ਗੱਲ ਉਸਨੇ ਅੱਜ ਆਖੀ ਉਹਦਾ ਅਸਰ ਮੁੰਡੇ ਉੱਤੇ ਡੂੰਘਾ ਹੋਇਆ। ਜੇ ਪੁੱਤਰਾ, ਮੌਲਵੀ ਨੇ ਭਾਈਏ ਚੌਧਰੀ ਨੂੰ ਲਿਖ ਹੀ ਦਿੱਤਾ, ਉਹ ਸਾਖਣ ਹੈ ਮੈਂ ਤੇਰਾ ਧਿਆਨ ਨਹੀਂ ਰੱਖਿਆ ਤੇ ਦਿਨ ਦੋ ਨਹੀਂ ਲਾਣੇ ਕਿ ਤੈਨੂੰ ਲੈ ਜਾਣਾ। ਸਾਰੀ ਉਮਰ ਮੈਂ ਭੈਣ ਭਾਈਏ ਕੋਲੋਂ ਸ਼ਰਮਿੰਦੀ ਰਹਾਂਗੀ। ਬੀਬੋ ਦੇ ਘਰ ਕੋਈ ਔਲਾਦ ਨਾ ਹੋਣ ਕਰਕੇ ਉਸ ਭੈਣ ਕੋਲੋਂ ਮਿਰਜ਼ੇ ਨੂੰ ਮੰਗਿਆ ਹੋਇਆ ਸੀ। ਨਾਲੇ ਸਿਆਲਾਂ ਦਾ ਮੌਲਵੀ ਵੀ ਚੰਗਾ ਗਿਣਿਆ ਜਾਂਦਾ ਸੀ। ਸਾਹਿਬਾਂ ਮਿਰਜ਼ੇ ਦੇ ਮਾਮੇ ਦੀ ਧੀ ਸੀ। ਤੇ ਨਾਲੇ ਭੂਆ, ਮੇਰੀ ਪੜ੍ਹਾਈ ਵੀ ਚੱਟ ਹੋ ਜਾਣੀ ਏ। ਸਾਹਿਬਾਂ ਨੇ ਆਖਿਆ। ਮਾਂ ਅੱਗੇ ਹੀ ਆਂਦੀ ਏ ਹੁਣ ਮੈਂ ਸਿਆਣੀ ਹੋ ਗਈ ਆਂ, ਮਸੀਤੇ ਨਾ ਜਾਇਆ ਕਰਾਂ। ਮੈਂ ਆਨੀ ਆ ਮਿਰਜ਼ਾ ਜੋ ਮੇਰੇ ਨਾਲ ਹੁੰਦਾ ਏ ਤੇ ਉਹ ਮੰਨ ਜਾਂਦੀ ਏ, ਫਿਰ ਉਸ ਨਹੀਂ ਮੰਨਣਾ। ਮਿਰਜ਼ਾ ਜਿਉਂ ਬੜੀ ਡੂੰਘੀ ਸੋਚੀ ਪੈ ਗਿਆ। ਬੋਲ ਖਾਂ ਪੁੱਤਰਾ, ਮਾਸੀ ਨੇ ਬੜੇ ਜਜ਼ਬੇ ਨਾਲ ਆਖਿਆ। ਤੂੰ ਇਹ ਤਾਂ ਮੇਰੇ ਸੁੰਨੇ ਘਰ ਨੂੰ ਵਸਦਾ ਬਣਾਇਆ ਹੋਇਆ ਹੈ। ਇੱਕ ਵਰਾ ਮੇਰੀ ਖਾਤਰ ਹੀ ਮਨ ਮਾਰ ਕੇ ਪੜ੍ਹ ਲੈ, ਮੈਂ ਭੈਣ ਕੋਲ ਸੱਚੀ ਹੋ ਜਾਵਾਂ। ਪਿਆਰ ਨਾਲ ਹਲੂਣੇ ਗਏ ਨੇ ਵਰੇ ਭਰ ਦੀ ਕਸਰ ਮਹੀਨੇ ਵਿੱਚ ਪੂਰੀ ਕਰ ਲਈ। ਕਈ ਵਾਰੀ ਮੌਲਵੀ ਨੇ ਜਮਾਤ ਵਿੱਚ ਮਿਰਜ਼ੇ ਨੂੰ ਥਾਪੀ ਦਿੱਤੀ। ਅੱਗੇ ਉਹਨੂੰ ਸਾਰੇ ਦਿਨ ਵਿੱਚ ਇੱਕੋ ਹੀ ਗੱਲ ਚੰਗੀ ਲੱਗਦੀ ਸੀ, ਸਾਹਿਬਾਂ ਨਾਲ ਮਸੀਤੇ ਜਾਣਾ ਤੇ ਆਉਣਾ। ਹੁਣ ਉਹਦਾ ਸਾਰਾ ਦਿਨ ਚੰਗੀਆਂ ਗੱਲਾਂ ਨਾਲ ਭਰ ਗਿਆ। ਮਾਸੀ ਵੀ ਖੁਸ਼, ਮੌਲਵੀ ਵੀ ਖੁਸ਼ ਤੇ ਸਾਹਿਬਾਂ ਵੀ। ਉਹ ਰੋਜ਼ ਉਹਦੇ ਘਰ ਆਉਂਦੀ, ਦਿੱਤਾ ਸਬਕ ਉਹ ਸਾਰਾ ਦਿਨ ਯਾਦ ਕਰਦਾ ਤੇ ਯਾਦ ਕਰਦਿਆਂ ਸਾਹਿਬਾਂ ਉਹਨੂੰ ਆਪਣੇ ਕੋਲ ਹੀ ਬੈਠੀ ਜਾਪਦੀ। ਪਹਿਲਾਂ ਉਸਨੂੰ ਸੁਪਨਾ ਆਉਂਦਾ ਹੁੰਦਾ ਸੀ ਕਿ ਉਹ ਸਾਹਿਬਾਂ ਦਾ ਬਸਤਾ ਚੁੱਕੀ ਆਪਣੇ ਲੱਕ ਦੁਆਲੇ ਉਹਦੇ ਹੱਥ ਦੀਆਂ ਉਂਗਲਾਂ ਗਿਣਦਾ ਤੁਰੀ ਜਾ ਰਿਹਾ ਹੈ। ਮਸੀਤ ਆਉਂਦੀ ਨਹੀਂ, ਉਹ ਤੁਰੀ ਜਾਂਦੇ ਹਨ। ਉਹਦੇ ਅੰਦਰ ਕੋਈ ਅਨੋਖੀ ਖੁਸ਼ੀ ਰਚ ਜਾਂਦੀ ਹੈ। ਜਦੋਂ ਅੰਦਰ ਮਿਉਣ ਨਾਲੋਂ ਹੀ ਬਹੁਤੀ ਹੋ ਜਾਂਦੀ ਤਾਂ ਉਹਦੀ ਜਾਗ ਖੁੱਲ੍ਹ ਜਾਂਦੀ। ਹੁਣ ਉਹਨੂੰ ਹੋਰ ਤਰ੍ਹਾਂ ਦਾ ਸੁਪਨਾ ਆਉਣ ਲੱਗ ਪਿਆ ਸੀ। ਸਾਹਿਬਾਂ ਉਹਨੂੰ ਪਈ ਪੜ੍ਹਾਉਂਦੀ ਹੈ, ਕਿਤਾਬਾਂ ਮੁੱਕਦੀਆਂ ਜਾਂਦੀਆਂ ਹਨ ਤੇ ਅਖੀਰਲੀ ਕਿਤਾਬ ਰੱਖ ਕੇ ਸਾਹਿਬਾਂ ਉਹਦੀਆਂ ਰੌਸ਼ਨਾਈਆਂ ਅੱਖਾਂ ਵਿੱਚ ਤੱਕਦੀ ਹੈ ਤੇ ਮਿਰਜ਼ੇ ਦਾ ਹੱਥ ਫੜ ਕੇ ਆਂਦੀ ਹੈ, ਹੋਏ ਮੈਂ ਤੈਨੂੰ ਕੀ ਪੜ੍ਹਾਵਾਂ, ਮੈਨੂੰ ਸਾਰੀ ਨੂੰ ਤਾਂ ਤੂੰ ਪੜ੍ਹ ਲਿਆ। ਸਾਹਿਬਾਂ ਦੀਆਂ ਉਂਗਲਾਂ ਵਿੱਚੋਂ ਸਬਕਾਂ ਦੇ ਸਬਕ
ਉਹਦੇ ਅੰਦਰ ਰਚਦੇ ਜਾਂਦੇ ਹਨ ਤੇ ਉਹ ਜਾਗ ਪੈਂਦਾ। ਪਰ ਖ਼ਾਬ ਨਾਲੋਂ ਜਾਗ ਫਿੱਕੀ ਵੇਖ ਕੇ ਉਹ ਫੇਰ ਅੱਖਾਂ ਮੀਟ ਲੈਂਦਾ। ਕਿਉਂ ਮਿਰਜ਼ਿਆ, ਪੜ੍ਹ ਕੇ ਅਜੇ ਤੂੰ ਰੱਜਿਆ ਨਹੀਂ, ਫੇਰ ਆ ਗਿਐ? ਸਾਹਿਬਾਂ ਉਹਨੂੰ ਹੱਸਦੀ ਦਿਸ ਪੈਂਦੀ ਤੇ ਉਹ ਕਹਿੰਦਾ, ਮੈਂ ਪੜ੍ਹਨ ਨਹੀਂ ਆਇਆ। ਜੀ ਤੇਰੇ ਨਾਲ ਘੋੜੀ ਤੇ ਚੜ੍ਹ ਕੇ ਉੱਡਣ ਨੂੰ ਕਰਦਾ ਹੈ। ਘੋੜੀ ਲੈ ਕੇ ਆਇਆ, ਸਾਹਿਬਾਂ ਬਹਿ ਜਾ ਮੇਰੇ ਪਿੱਛੇ। ਤੇ ਉਹ ਜ਼ਮੀਨ ਉੱਤੇ ਨਹੀਂ, ਅਸਮਾਨਾਂ ਉੱਤੇ ਉੱਡਦੇ ਰਹਿੰਦੇ। ਇਹ ਵਰ੍ਹਾ ਮਿਰਜ਼ੇ ਤੇ ਸਾਹਿਬਾਂ ਦੀ ਉਮਰ ਦਾ ਅਤ ਮਿੱਠਾ ਵਰ੍ਹਾ ਸੀ। ਦਿਨ ਦੀਆਂ ਰੀਝਾਂ ਰਾਤੀਂ ਤਾਰੇ ਬਣ ਕੇ ਸੁਪਨਿਆਂ ਵਿੱਚ ਟਿਮ-ਟਿਮ ਕਰਦੀਆਂ ਸਨ। ਜ਼ਿਮੀ ਅਸਮਾਨ ਰੰਗੇ ਗਏ। ਦੋ ਬਾਲ ਰੂਹਾਂ, ਇੱਕ ਦਾ ਹੱਥ ਦੂਜੇ ਦੇ ਮੋਢੇ ਉੱਤੇ, ਦੂਜੀ ਦਾ ਹੱਥ ਪਹਿਲੇ ਦੀ ਕਮਰ ਦੁਆਲੇ, ਜਵਾਨੀ ਦੇ ਮਸਤਾਨੇ ਗੁਲਿਸਤਾਨ ਵਿੱਚ ਦਾਖਲ ਹੋ ਰਹੀਆਂ ਸਨ। ਮਿਰਜ਼ੇ ਦੇ ਪਿਓ ਨੂੰ ਖ਼ਬਰ ਮਿਲੀ ਕਿ ਮੁੰਡਾ ਪੜ੍ਹਾਈ ਵਿੱਚ ਚੰਗਾ ਚੱਲ ਰਿਹਾ ਹੈ। ਉਹ ਇੱਕ ਦਿਨ ਪੁੱਤਰ ਨੂੰ ਵੇਖਣ ਆਇਆ। ਪੁੱਤਰ ਦੇ ਮੋਕਲੇ ਅੰਗ ਹੁਣ ਖੁੱਲ੍ਹਦੇ ਦੇਖ ਕੇ ਉਹਦੇ ਅੰਦਰ ਵੱਖਰੀ ਕਿਸਮ ਦੀ ਤੜਪ ਉੱਠੀ। ਇਹਨੂੰ ਜਵਾਨਾਂ ਦੇ ਹੁਨਰਾਂ ਵਿੱਚ ਤਾਕ ਕਰਾਂ। ਉਸ ਸੋਚਿਆ, ਤੀਰਅੰਦਾਜ਼ੀ ਤੇ ਘੁੜਸਵਾਰੀ ਵਿੱਚ ਇਹਦਾ ਕੋਈ ਸਾਨੀ ਨਾ ਹੋਵੇ, ਕੋਈ ਦੁਸ਼ਮਣ ਕੰਨ ਨਾ ਫੜਕੇ। ਉਸ ਨੇ ਆਪਣੀ ਸਾਲੀ ਬੀਬੋ ਨਾਲ ਗੱਲ ਕੀਤੀ। ਬੀਬੋ ਨੇ ਇੱਕ ਵਰ੍ਹਾ ਹੋਰ ਪੜ੍ਹਦੇ ਰਹਿਣ ਦੀ ਸਲਾਹ ਦਿੱਤੀ। ਨਹੀਂ ਬੀਬੋ, ਬਿੰਜਲ ਖਰਲ ਨੇ ਸਿਰ ਫੇਰਿਆ, ਬਥੇਰਾ ਪੜ੍ਹ ਲਿਆ ਸੂ। ਜ਼ਮੀਨਾਂ ਵਾਲੇ ਦੁਸ਼ਮਣ ਹਾਰ ਹੁੰਦੇ ਨੇ। ਇਹਦੇ ਉੱਤੇ ਤੁੰਮਾ ਪਾਣ ਵਾਲੀ ਜਵਾਨੀ ਚੜ੍ਹਦੀ ਮੈਨੂੰ ਦਿਸਦੀ ਏ। ਇਹਨੂੰ ਮੈਂ ਤੇਗ ਜ਼ਨ ਤੀਰ ਅੰਦਾਜ਼ ਬਣਾਵਾਂਗਾ, ਸ਼ਾਹ ਸਵਾਰ ਬਣਾਵਾਂਗਾ। ਮਿਰਜ਼ੇ ਦੇ ਦਾਨਾਬਾਦ ਚਲੇ ਜਾਣ ਦੀ ਗੱਲ ਪੱਕੀ ਹੋ ਗਈ। ਪਰ 2 ਦਿਨ ਆਪਣੇ ਘਰ ਲਿਜਾ ਕੇ ਮਿਰਜ਼ੇ ਨੂੰ ਰੱਖਣਾ ਸਾਹਿਬਾਂ ਨੇ ਬਿੰਜਲ ਫੁੱਫੜ ਨੂੰ ਮਨਾ ਲਿਆ। 2 ਦਿਨ ਉਹ ਦੋਵੇਂ ਇੱਕ ਪਲ ਨਾ ਵਿਛੜੇ। ਇਕੱਠੀ ਦੋਹਾਂ ਨੇ ਰੋਟੀ ਖਾਧੀ। ਸਾਹਿਬਾਂ, ਆਪਣੀ ਕਿਤਾਬ 'ਚੋਂ ਉਹ ਕਹਾਣੀਆਂ ਸੁਣਾ ਜਿਹੜੀਆਂ ਤੈਨੂੰ ਚੰਗੀਆਂ ਲੱਗਦੀਆਂ ਨੇ। ਮਿਰਜ਼ੇ ਨੇ ਮੰਗਿਆ। ਸਾਹਿਬਾਂ ਕਿਤਾਬ ਕੱਢ ਲਿਆਈ। ਵਰਕੇ ਫੋਲ ਕੇ ਉਸ ਇੱਕ ਕਹਾਣੀ ਸੁਣਾਈ। ਕਿਸੇ ਪਿਆਰ ਪੁਤਲੀ ਸ਼ਹਿਜ਼ਾਦੀ ਦੀ ਕਹਾਣੀ ਸੀ। ਤੂੰ ਤੇ ਸਾਹਿਬਾਂ ਇਉਂ ਪੜ੍ਹੀ ਏ ਜਿਉਂ ਇਹ ਤੇਰੀ ਕਹਾਣੀ ਹੁੰਦੀ ਏ। ਬੁੱਤ ਹੋਇਆ ਸੁਣਦਾ ਮਿਰਜ਼ਾ ਕਹਾਣੀ ਮੁੱਕਣ ਉੱਤੇ ਚੌਂਕਿਆ। ਮਿਰਜ਼ਾ ਜਿਹਾ ਨਾ ਹੋਵੇ ਸੀਏ। ਸਾਹਿਬਾਂ ਨੇ ਉਹਦੀ ਠੋਡੀ ਉੱਤੇ ਉਂਗਲ ਧਰ ਕੇ ਉਸ ਅੰਦਾਜ਼ ਵਿੱਚ ਆਖਿਆ ਜਿਹੜਾ ਬੱਚਿਓਂ ਇੱਕਾ ਇੱਕ ਜਵਾਨ ਹੁੰਦੀ ਪਿਆਰ ਚੁਣੀ ਕਿਸੇ ਕੁੜੀ ਦਾ ਹੀ ਹੋ ਸਕਦਾ ਹੈ। ਸਾਹਿਬਾਂ, ਹੋਰ ਸੁਣਾ। ਸਾਹਿਬਾਂ ਦੀ ਲਿਆਕਤ ਦਾ ਰਸ਼ਕ ਕਰਦੇ ਮਿਰਜ਼ੇ ਨੇ ਤਰਲਾ ਕੀਤਾ। 1 2 3 ਤੇ ਪੂਰੀਆਂ 4 ਕਹਾਣੀਆਂ ਸਾਹਿਬਾਂ ਨੇ ਸੁਣਾਈਆਂ। ਸੁਣਾਉਂਦੀ ਦੇ ਦਿਲ ਵਿੱਚ ਪਤਾ ਨਹੀਂ ਕੀ ਆਇਆ। ਕਿਤਾਬ ਉਹਨੇ ਠੱਪ ਦਿੱਤੀ ਤੇ ਮਿਰਜ਼ੇ ਦੇ ਮੋਢੀ ਹੱਥ ਰੱਖ ਕੇ ਪੁੱਛਣ ਲੱਗੀ, ਅੜਿਆ ਦੱਸ ਮਿਰਜ਼ਿਆ, ਕਦੇ ਸਾਹਿਬਾਂ ਨੂੰ ਯਾਦ ਵੀ ਕਰੇਂਗਾ? ਬੰਦ ਕਮਰੇ ਦੀ ਕੋਈ ਬਾਰੀ, ਚੌਪਟ ਖੁੱਲ੍ਹ ਜਾਇਆਂ ਜਿਉਂ ਚਾਨਣ ਦਾ ਹੜ ਅੱਖਾਂ ਝੁੰਧਿਆ ਦਿੰਦਾ ਹੈ। ਅੰਦਰੋਂ ਥਰਕਦੇ ਮੁੰਡੇ ਦੇ ਬੁੱਲ੍ਹਾਂ ਵਿੱਚੋਂ ਕੋਈ ਜਵਾਬ ਨਾ ਨਿਕਲ ਸਕਿਆ। ਤਾਂ ਤੂੰ ਮਿਰਜ਼ਿਆ ਮੈਨੂੰ ਉੱਕਾ ਹੀ ਭੁੱਲ ਜਾਏਂਗਾ? ਵਿੱਚੋਂ ਸਭ ਕੁਝ ਜਾਣਦੀ ਨੇ ਉੱਪਰੋਂ ਬਣ ਕੇ ਪੁੱਛਿਆ। ਕਿਹੜੀ ਗੱਲ ਸਾਹਿਬਾਂ ਮੈਂ ਤੇਰੀ ਭੁੱਲ ਜਾਵਾਂਗਾ? ਆਖਰ ਬੁੱਲ੍ਹ ਖੁੱਲ੍ਹ ਹੀ ਪਏ। ਸਾਹਿਬਾਂ ਨੇ ਉਹਨਾਂ ਵੱਲ ਤੱਕਿਆ। ਹਲਕੀ ਜਿਹੀ ਕੰਬਣੀ ਸੀ ਉਹਨਾਂ ਵਿੱਚ। ਬੁੱਲ੍ਹਾਂ ਤੋਂ ਉੱਪਰ ਉਸਨੇ ਅੱਖਾਂ ਵਿੱਚ ਤੱਕਿਆ। ਪਤਲਾ ਜਿਹਾ ਪਾਣੀ ਸੀ ਉਹਨਾਂ ਵਿੱਚ। ਮਤੇ ਉਹ ਫਿਸ ਪਿਆ। ਸਾਹਿਬਾਂ ਨੇ ਗੱਲੀਂ ਲਾਣ ਲਈ ਪੁੱਛਿਆ, ਭਲਾ ਦੱਸ ਖਾਂ, ਮੇਰਾ ਕੀ ਤੈਨੂੰ ਬਹੁਤਾ ਯਾਦ ਰਹੇਗਾ? ਤੇ ਦੋਹਾਂ ਹੱਥਾਂ ਵਿੱਚ ਉਹ ਉਹਦਾ ਹੱਥ ਝੱਸਣ ਲੱਗ ਪਈ। ਆਪਣੇ ਲੱਕ ਦੁਆਲੇ ਤੇਰਾ ਹੱਥ। ਨਹੀਂ ਨਹੀਂ, ਤੇਰਾ ਮੈਨੂੰ ਪੜ੍ਹਾਉਣ ਆਉਣਾ। ਨਹੀਂ, ਇਹ ਵੀ ਨਹੀਂ। ਸਭ ਤੋਂ ਬਹੁਤਾ ਤੇਰਾ ਮੈਨੂੰ ਪੁੱਛਣਾ ਕਿ ਰਾਤੀਂ ਕਿਹੜਾ ਸੁਪਨਾ ਮੈਨੂੰ ਆਇਆ ਸੀ ਤੇ ਸੁਣ ਕੇ ਜਿਹੋ ਜਿਹਾ ਮੂੰਹ ਤੇਰਾ ਹੁੰਦਾ ਸੀ ਉਹ ਮੈਨੂੰ ਲੱਭਦਾ ਹੀ ਰਹਿਣਾ। ਨਹੀਂ ਸਾਹਿਬਾਂ, ਨਹੀਂ, ਸੱਚੀ ਦੱਸਾਂ, ਮੈਨੂੰ ਪਤਾ ਨਹੀਂ ਮੈਂ ਕੀ ਤੇਰਾ ਯਾਦ ਕਰਾਂਗਾ, ਪਰ ਮੈਨੂੰ ਪਤਾ ਏ ਮੈਂ ਤੈਨੂੰ ਭੁੱਲਣਾ ਕਦੀਏ ਨਹੀਂ। ਦੂਜੇ ਭਲਕ ਸ਼ਾਹ ਵੇਲਾ ਖਾ ਕੇ ਬਿੰਜਲ ਖਰਲ ਘੋੜੀ ਉੱਤੇ ਚੜ੍ਹ ਬੈਠਾ। ਮਿਰਜ਼ਾ ਮਾਸੀ ਦੇ ਗਲ ਲੱਗ ਕੇ ਆਪਣੇ ਬੋਝੇ ਵਿੱਚੋਂ ਕੱਢ ਕੇ ਸਾਹਿਬਾਂ ਨੂੰ ਆਪਣਾ ਚਾਕੂ ਨਿਸ਼ਾਨੀ ਫੜਾ ਰਿਹਾ ਸੀ ਕਿ ਪਿਓ ਨੇ ਛੇਤੀ ਕਰਨ ਲਈ ਆਖਿਆ। ਮਸਾਂ-ਮਸਾਂ ਪੈਰ ਪੁੱਟਦਾ ਤੇ ਮੁੜ-ਮੁੜ ਸਾਹਿਬਾਂ ਵੱਲ ਤੱਕਦਾ ਮਿਰਜ਼ਾ
ਪਿਓ ਦੇ ਪਿੱਛੇ ਘੋੜੀ ਉੱਤੇ ਬਹਿ ਗਿਆ। ਦਾਨਾਬਾਦ ਪਹੁੰਚਦਿਆਂ ਹੀ ਬਿੰਜਲ ਖਰਲ ਨੇ ਘੁੜਸਵਾਰੀ, ਤੀਰਅੰਦਾਜ਼ੀ, ਤੇਗਜ਼ਨੀ ਦੇ ਇੱਕ ਮਾਹਰ ਉਸਤਾਦ ਨੂੰ ਮਿਰਜ਼ਾ ਸੌਂਪ ਦਿੱਤਾ। ਪਿਓ ਦੇ ਤਵੇਲੇ ਵਿੱਚੋਂ ਬੱਕੀ ਉਹਦੀ ਸਵਾਰੀ ਲਈ ਚੁਣੀ ਗਈ। ਉੱਡ ਜਾਣਾ ਇਸ ਘੋੜੀ ਦੀ ਵਾਦੀ ਸੀ। ਹਰ ਕੋਈ ਉਹਦੀ ਸਵਾਰੀ ਨਹੀਂ ਸੀ ਕਰ ਸਕਦਾ, ਪਰ ਮਿਰਜ਼ੇ ਨੂੰ ਉਸਨੇ ਪਹਿਲੀ ਨਜ਼ਰੇ ਹੀ ਮਨਜ਼ੂਰ ਕਰ ਲਿਆ। ਵਰ੍ਹੇ ਬੀਤਦੇ ਗਏ। ਸੁਪਨਿਆਂ ਵਾਲੀ ਘੋੜੀ ਤਾਂ ਮਿਰਜ਼ੇ ਹੇਠ ਆ ਗਈ। ਸੁਪਨਿਆਂ ਵਾਲੀ ਮਲਕਾ, ਉਹ ਸੋਚਦਾ, ਕਦੋਂ ਇਹਦੇ ਉੱਤੇ ਚੜ੍ਹੇਗੀ। ਅਲਫ ਲੈਲਾ ਦੀ ਕਿਤਾਬ ਇਸ ਮਲਕਾ ਨੇ ਉਸ ਨੂੰ ਨਿਸ਼ਾਨੀ ਦਿੱਤੀ ਸੀ। ਉਹ ਸਾਹਿਬਾਂ ਕੋਲੋਂ ਸੁਣੀਆਂ ਕਹਾਣੀਆਂ ਕਿਤਾਬ ਵਿੱਚੋਂ ਪੜ੍ਹਦਾ ਤੇ ਉਸ ਰਾਤੀਂ ਉਹ ਕਹਾਣੀ ਦਾ ਸ਼ਹਿਜ਼ਾਦਾ ਬਣ ਜਾਂਦਾ। ਬੱਕੀ ਉਹਦੇ ਹੇਠਾਂ ਤੇ ਸਾਹਿਬਾਂ ਨੂੰ ਟੋਲਦਾ ਉਹ ਉੱਡਦਾ ਫਿਰਦਾ। ਉਹਨੂੰ ਸਹੁੰਆਂ ਪਹੁੰਚਦੀਆਂ ਸਨ ਕਿ ਸਿਆਲਾਂ ਵਿੱਚ ਹੁਸਨ ਦੀ ਨੈਂ ਚੜ੍ਹ ਰਹੀ ਹੈ। ਸਾਹਿਬਾਂ ਜਵਾਨ ਹੋ ਗਈ। ਜ਼ਿੰਦਗੀ ਸਾਗਰ ਬਣ ਕੇ ਲਹਿਰੋ ਲਹਿਰ ਹੋ ਗਈ। ਭੂਆ ਬੀਬੋ ਦੇ ਘਰ ਉਹ ਰੋਜ਼ਾਨਾ ਜਾਂਦੀ। ਭੂਆ ਕਈ ਵਾਰੀ ਦਾਨਾਬਾਦੋਂ ਹੋ ਆਈ ਸੀ, ਮਿਰਜ਼ੇ ਨੂੰ ਮਿਲ ਆਈ ਸੀ। ਕਿੱਡਾ ਸੋਹਣਾ ਨਿਕਲਿਆ ਏ। ਭੂਆ ਦੇ ਮੂੰਹੋਂ ਸੁਣ ਉਹ ਨਸ਼ਿਆ ਜਾਂਦੀ। ਭੂਆ, ਤੂੰ ਆਖਿਆ ਨਾ ਕਦੇ ਝੱਟ ਦਾ ਝੱਟ ਉਹ ਸਿਆਲੀ ਹੋ ਜਾਏ। ਉਹ ਤਾਂ ਆਣ ਨੂੰ ਸਹਿਕਦਾ ਸੀ, ਪਰ ਭਾਈਏ ਖਾਨ ਦੇ ਸਿਰ ਖਬਤ ਸਵਾਰੇ। ਮਿਰਜ਼ੇ ਵਰਗਾ ਕੋਈ ਸ਼ਾਹ ਸਵਾਰ ਨਾ ਹੋਵੇ, ਨਾ ਤੀਰਅੰਦਾਜ਼, ਨਾ ਤੇਗਜ਼ਨ ਹੋਵੇ। ਉਹਦੇ ਉਸਤਾਦ ਹਰ ਵੇਲੇ ਉਹਦੇ ਨਾਲ ਚੰਬੜੇ ਰਹਿੰਦੇ ਨੇ। ਕੀ ਭੂਆ, ਉਹਨੂੰ ਯਾਦ ਹੈ ਸੀ ਕਦੇ ਮੈਂ ਵੀ ਉਹਦੀ ਉਸਤਾਦ ਸਾਂ? ਸਾਹਿਬਾਂ ਪੁੱਛਦੀ। ਯਾਦ ਪੁੱਛਣੀ ਏ? ਉਹ ਤੇਰੀ ਕਿਤਾਬ ਚੁੱਕ ਮੇਰੇ ਕੋਲ ਲੈ ਆਇਆ। ਤੂੰ ਹੀ ਉਹਨੂੰ ਦਿੱਤੀ ਹੋਈ ਏ। ਕਹਿੰਦਾ ਸੀ, ਘੜੀ ਕੱਢਾਂ, ਪਲ ਕੱਢਾਂ, ਇੱਕ ਅੱਧੀ ਕਹਾਣੀ ਮੈਂ ਰੋਜ਼ ਪੜ੍ਹ ਲੈਨਾ। ਸਾਹਿਬਾਂ ਨੂੰ ਭੂਆ ਦੱਸ ਦੇਈਂ। ਕਿਹੜੀ ਰਾਤ ਤੱਕ ਸਾਹਿਬਾਂ ਸੌਂ ਨਾ ਸਕਦੀ। ਸੋਚਦੀ ਰਹਿੰਦੀ, ਮਿਰਜ਼ਾ ਕਿਹੋ ਜਿਹਾ ਲੱਗਦਾ ਹੋਵੇਗਾ ਕਿ ਜੇ ਉਹ ਆਵੇ ਤਾਂ ਹੁਣ ਵੀ ਉਹਦੇ ਲੱਕ ਦੁਆਲੇ ਉਹ ਆਪਣੀ ਬਾਂਹ ਪਾ ਸਕੇਗੀ, ਤੇ ਉਹਨੂੰ ਕੀ ਹੋ ਜਾਵੇ ਜੇ ਹੁਣ ਮਿਰਜ਼ਾ ਉਹਦੇ ਮੋਢੇ ਉੱਤੇ ਹੱਥ ਧਰ ਦੇਵੇ। ਉਹ ਸਾਰੀ ਥਰਕ ਪੈਂਦੀ। ਉਹਦੀ ਅੱਖ ਲੱਗ ਜਾਂਦੀ। ਮਿਰਜ਼ਾ ਆ ਜਾਂਦਾ ਤੇ ਘੋੜੀ ਉੱਤੇ ਚੜ੍ਹਾ ਕੇ ਬੱਦਲਾਂ ਦੇ ਉੱਪਰ ਉੱਡ ਜਾਂਦਾ। ਸਾਹਿਬਾਂ ਦੇ ਵਿਆਹ ਦੀਆਂ ਗੱਲਾਂ ਹੋਣ ਲੱਗ ਪਈਆਂ। ਕਈਆਂ ਨੂੰ ਖਿਆਲ ਆਇਆ ਤੇ ਬੀਬੋ ਨੇ ਇੱਕ ਵਾਰੀ ਆਪਣੀ ਮਾਂ ਨੂੰ ਵੀ ਆਖ ਦਿੱਤਾ ਕਿ ਮਿਰਜ਼ੇ ਜਿਹਾ ਮੁੰਡਾ ਢੂੰਡਿਆਂ ਕੋਈ ਲੱਭਣਾ ਨਹੀਂ। ਮਾਂ ਨੂੰ ਵੀ ਗੱਲ ਚੰਗੀ ਲੱਗੀ। ਉਸਨੇ ਸਾਹਿਬਾਂ ਦੇ ਬਾਬੇ ਖੀਵਾ ਖਾਨ ਦੀ ਮਰਜ਼ੀ ਪੁੱਛੀ। ਪਰ ਖੀਵਾ ਖਾਨ ਡੂੰਘੀਆਂ ਗਿਣਤੀਆਂ ਵਾਲਾ ਆਦਮੀ ਸੀ। ਭੋਲੀ ਮਲਕੀ, ਇੱਕੋ ਇੱਕ ਸਾਡੀ ਧੀ ਏ। ਇਹਦੇ ਰਾਹੀਂ ਕੋਈ ਹੋਰ ਵੱਡਾ ਘਰ ਕਿਉਂ ਨਾ ਅਪਣਾਈਏ। ਬਿੰਜਲ ਦਾ ਘਰ ਤਾਂ ਸਾਡਾ ਹੀ ਹੋਇਆ। ਚੰਦੜ ਸਾਡੇ ਸਾਨੀ ਨੇ, ਕੁਝ ਆਕੜੇ ਵੀ ਰਹਿੰਦੇ ਨੇ। ਤਾਹਰ ਉਹਨਾਂ ਦਾ ਪੁੱਤ ਜਵਾਨ ਵੀ ਏ। ਜੇ ਇਸ ਘਰ ਸਾਕ ਹੋ ਜਾਏ ਤਾਂ ਜਾਣੋ ਸਾਰਾ ਇਲਾਕਾ ਹੀ ਆਪਣਾ ਹੋ ਗਿਆ। ਬਾਬੇ ਦੀ ਇਹ ਸਲਾਹ ਸੁਣ ਸਾਹਿਬਾਂ ਬੜੀ ਵਿਲਕੀ। ਭੂਆ ਬੀਬੋ ਦੇ ਘਰ ਜਾ ਕੇ ਰੋਈ। ਭੂਆ, ਤੂੰ ਮਿਰਜ਼ੇ ਨੂੰ ਜਾ ਕੇ ਆਖ, ਉਹ ਆਪਣੇ ਮਾਂ-ਪਿਓ ਦਾ ਜ਼ੋਰ ਪਾਏ। ਇੱਥੋਂ ਤੂੰ ਤੇ ਫੁੱਫੜ ਹੋ ਜਾਇਓ। ਫਿਰ ਵੀ ਭਲਾ ਬਾਬਾ ਨਾ ਮੰਨੇਗਾ। ਬੀਬੋ ਦਾਨਾਬਾਦ ਗਈ। ਭੈਣ ਭਣੂਜੇ ਨਾਲ ਸਲਾਹ ਮੇਲੀ, ਪਰ ਭੈਣ ਆਪਣੇ ਪਿਓ ਦੀ ਜਾਣੂ ਸੀ ਤੇ ਭਣੂਜਾ ਬੜਾ ਅਣਖੀ ਸੀ। ਚੰਦੜਾ ਦਾ ਸੁਆਦ ਵੀ ਖੀਵਾ ਵੇਖ ਲਏ। ਮੈਂ ਤਾਂ ਬੀਬੋ ਜਾਣਾ ਨਹੀਂ ਹੂੰ। ਬਿੰਜਲ ਨੇ ਉੱਕੀ ਨਾ ਕਰ ਦਿੱਤੀ। ਅਖੀਰ ਬੀਬੋ ਨੇ ਮਿਰਜ਼ੇ ਨੂੰ ਸਮਝਾਇਆ। ਉਹ ਆਪ ਚੱਲ ਕੇ ਆਖੇ ਕਿ ਸਾਹਿਬਾਂ ਉੱਤੇ ਉਹਦਾ ਹੱਕ ਪਹਿਲਾਂ ਬਣਦਾ ਹੈ। ਜ਼ਰਾ ਢਿੱਲ ਨਾ ਲਾਈ ਸੋਹਣਿਆ, ਨਾਈ ਚੰਦੜਾਂ ਦੇ ਜਾਣੀ ਵਾਲਾ ਈ, ਤੇ ਸਾਹਿਬਾਂ ਨੂੰ ਖਾਣਾ ਪੀਣਾ ਸਭ ਭੁੱਲਿਆ ਹੋਇਆ। ਮਿਰਜ਼ੇ ਨੂੰ ਤੀਰ ਘੋੜੀਆਂ ਸਭ ਵਿਸਰ ਗਏ। ਮਾਸੀ ਦੇ ਮਗਰੇ ਮਗਰ ਉਹ ਸਿਆਲੀ ਪਹੁੰਚ ਪਿਆ। ਸਾਹਿਬਾਂ ਦੀ ਹਾਲਤ ਅਜੀਬ ਹੋਈ ਸੀ। ਕਈ ਤਰ੍ਹਾਂ ਦੀ ਮਿਲਣੀ ਉਸ ਮਨ ਵਿੱਚ ਸੋਚੀ ਹੋਈ ਸੀ, ਪਰ ਮਿਰਜ਼ੇ ਨੂੰ ਵੇਖ ਕੇ ਨਾ ਉਹਦੇ ਹੱਥ ਉੱਠੇ ਨਾ ਬੁੱਲ੍ਹ ਖੁੱਲ੍ਹੇ। ਅਚਾਨਕ ਜਿਉਂ ਉਹਦਾ ਸੁਪਨਾ ਅੱਖਾਂ ਵਿੱਚੋਂ ਨਿਕਲ ਕੇ ਸਾਹਮਣੇ ਆ ਖਲੋਤਾ ਸੀ। ਮਿਰਜ਼ੇ ਨੇ ਉਹਦੇ ਵੱਲ ਤੱਕਿਆ। ਜੀ ਵਿੱਚ ਆਇਆ ਉਹਦੇ ਮੋਢੇ ਉੱਤੇ ਹੱਥ ਧਰ ਦੇਵੇ, ਪਰ ਇਹ ਮੋਢਾ ਉਹ ਨਹੀਂ ਸੀ। ਉਹਦਾ ਹੱਥ ਵੀ ਉਹ ਨਹੀਂ ਸੀ ਜਿਹੜਾ ਉਹ ਉਹਦੇ ਲੱਕ ਦੁਆਲੇ ਰੋਜ਼ ਪਾ ਦਿੰਦੀ ਸੀ। ਸਾਹਿਬਾਂ, ਇੰਨਾ ਹੀ ਉਹਦੇ ਮੂੰਹੋਂ ਨਿਕਲ ਸਕਿਆ। ਮਿਰਜ਼ਿਆ, ਇੰਨਾ ਹੀ ਜਵਾਬ ਉਹ ਦੇ ਸਕੀ। ਵੇਲਾ ਲੱਭ ਕੇ
ਮਿਰਜ਼ੇ ਨੇ ਆਪਣੇ ਨਾਨੇ ਨਾਲ ਦਲੇਰ ਹੋ ਕੇ ਗੱਲ ਕੀਤੀ। ਦੋਤਰਾ ਨਾਨਾ ਜੀ, ਮੈਂ ਤੁਹਾਡਾ ਹਾਂ ਹੀ। ਹੁਣ ਤੁਸੀਂ ਮੈਨੂੰ ਪੁੱਤਰ ਆਪਣਾ ਬਣਾ ਲਓ। ਸਾਹਿਬਾਂ ਨਾਲ ਮੈਂ ਖੇਡਿਆ ਹਾਂ, ਪੜ੍ਹਿਆ ਹਾਂ। ਕਿਸੇ ਹੋਰ ਘਰ ਉਹਦਾ ਜਾਣਾ ਮੇਰੀ ਹੱਕ ਤਲਫੀ ਹੋਵੇਗੀ। ਪੁੱਤਰ ਮਿਰਜ਼ਿਆ, ਤੂੰ ਮੈਨੂੰ ਬੜਾ ਚੰਗਾ ਲੱਗਣਾ ਏ। ਜੇ ਸਾਹਿਬਾਂ ਦੀ ਇੱਕ ਵੀ ਹੋਰ ਭੈਣ ਹੁੰਦੀ ਤਾਂ ਮੈਂ ਤੇਰੀ ਗੱਲ ਕਦੇ ਨਾ ਮੋੜਦਾ। ਹੁਣ ਮੈਂ ਚਾਹੁੰਦਾ ਵਾਂ ਚੰਦੜਾ ਨੂੰ ਸਾਕ ਬਣਾ ਕੇ ਬੇਫਿਕਰ ਹੋ ਜਾਵਾਂ। ਫੇਰ ਕੋਈ ਸਾਡੀ ਹਵਾ ਨਹੀਂ ਤੱਕ ਸਕੇਗਾ। ਤੁਸੀਂ ਤੇ ਸਾਡੇ ਹੋਏ ਈ। ਮਿਰਜ਼ੇ ਨੇ ਬੜੇ ਦਾਅਵੇ ਨਾਲ ਆਖਿਆ, ਹੁਣ ਵੀ ਤੁਹਾਡੀ ਹਵਾ ਵੱਲ ਤੱਕਣ ਵਾਲਾ ਕੋਈ ਜੰਮਿਆ ਨਹੀਂ। ਕੀ ਹੋਇਆ, ਮੈਂ ਪਿਓ ਦਾ ਇੱਕੋ ਪੁੱਤਰ ਆਂ। ਮੈਂ ਇੱਕੋ ਹੀ ਯਾਰਾਂ ਦੀ ਤਾਕਤ ਮਹਿਸੂਸ ਕਰ ਰਿਹਾ। ਤੇਰਾ ਦਿਲ ਤੋੜਨ ਦਾ ਮੈਨੂੰ ਹਿਰਖ ਏ, ਪਰ ਮੈਂ ਨਾਈ ਉਹਨਾਂ ਨੂੰ ਭੇਜ ਚੁੱਕਾ ਹਾਂ। ਨਗੱਲਾ ਮੈਂ ਬਣਦਾ ਨਹੀਂ। ਜ਼ਿੱਦੀ ਨਾਨੇ ਨੇ ਗੱਲ ਹੀ ਮੁਕਾ ਦਿੱਤੀ। ਮਿਰਜ਼ਾ ਉੱਠ ਕੇ ਮਾਸੀ ਦੇ ਘਰ ਚਲਾ ਗਿਆ ਤੇ ਉਹਨੂੰ ਉਸ ਆਖਿਆ ਕਿ ਸਾਹਿਬਾਂ ਨਾਲ ਆਪਣੇ ਘਰ ਮੇਲ ਕਰਾ ਦੇਵੇ। ਕਈ ਵਰ੍ਹਿਆਂ ਬਾਅਦ ਅੱਜ ਉਹ ਉਸੇ ਘਰ ਫੇਰ ਸਾਹਿਬਾਂ ਨੂੰ ਉਡੀਕ ਰਿਹਾ ਸੀ, ਪਰ ਉਦੋਂ ਸਿਰਫ ਉਹਦੀਆਂ ਅੱਖਾਂ ਹੀ ਸਾਹਿਬਾਂ ਲਈ ਤਾਂਘਦੀਆਂ ਸਨ। ਅੱਜ ਉਹਨੂੰ ਪਤਾ ਨਹੀਂ ਸੀ ਲੱਗਦਾ ਕਿੰਨਾ ਕੁਝ ਉਹਦਾ ਸਾਹਿਬਾਂ ਲਈ ਤੜਪ ਰਿਹਾ ਸੀ। ਸਾਹਿਬਾਂ ਆ ਲਵੇ। ਉਦੋਂ ਮੇਰੇ ਨਾਲੋਂ ਲੰਮੀ ਸੀ, ਹੁਣ ਉਹ ਮੇਰੇ ਮੋਢਿਆਂ ਤੱਕ ਹੀ ਆਉਂਦੀ ਏ। ਮੈਂ ਉਹਨੂੰ ਸਾਰੀ ਆਪਣੇ ਦਿਲ ਵਿੱਚ ਲੁਕਾ ਲੈਣਾ। ਤੇ ਸਾਹਿਬਾਂ ਆ ਗਈ। ਅੱਜ ਉਹਦੇ ਪੈਰੀਂ ਪੰਜੇਬਾਂ ਨਹੀਂ ਸਨ, ਤਾਂ ਵੀ ਅੱਗੇ ਨਾਲੋਂ ਬਹੁਤ ਛਣ-ਛਣ ਕਰਦੀ ਉਹ ਮਿਰਜ਼ੇ ਨੂੰ ਜਾਪੀ। ਉਹਨੂੰ ਵੇਖ ਕੇ ਉਹਦਾ ਹੁਣੇ ਬਣਾਇਆ ਇਰਾਦਾ ਉਹਦੀ ਹਿੱਕ ਵਿੱਚ ਧੱਕ-ਧੱਕ ਕਰਨ ਲੱਗ ਪਿਆ। ਜਦੋਂ ਉਹ ਕੋਲ ਪਹੁੰਚੀ, ਉਹਦੇ ਬੁੱਲ੍ਹ ਵੀ ਨਾ ਖੁੱਲ੍ਹ ਸਕੇ। ਸਾਹਿਬਾਂ ਨੇ ਪੋਲਾ ਜਿਹਾ ਹੱਥ ਉਹਦੇ ਲੱਕ ਦੁਆਲੇ ਧਰ ਦਿੱਤਾ ਤੇ ਮਿਰਜ਼ੇ ਨੇ ਵੀ ਸੰਗਦਾ ਜਿਹਾ ਹੱਥ ਉਹਦੇ ਮੋਢੇ ਉੱਤੇ ਰੱਖ ਦਿੱਤਾ, ਪਰ ਦੋਵਾਂ ਹੱਥਾਂ ਵਿੱਚ ਘੁੱਟਣ ਦੀ ਚਾਹ ਸ਼ਰਮਾ ਰਹੀ ਸੀ। ਸਾਹਿਬਾਂ ਦੀ ਤੱਕਣੀ ਅਨੋਖੀ ਸੀ। ਇਸ ਤੱਕਣੀ ਵਿੱਚ ਕੁਝ ਫਰ-ਫਰ ਕਰ ਰਿਹਾ ਸੀ। ਸਾਹਿਬਾਂ ਦੀ ਰੂਹ ਦਾ ਪੰਛੀ ਪਲਕਾਂ ਉੱਤੇ ਤੁੱਲਿਆ ਉਡਾਰੀ ਲਈ ਕਿਸੇ ਦਿਲ ਦੀ ਮਹਿਰਾਬ ਤਾੜ ਰਿਹਾ ਸੀ। ਮਿਰਜ਼ੇ ਦੀਆਂ ਅੱਖਾਂ ਵਿੱਚ ਇਹ ਮਹਿਰਾਬ ਪੰਛੀ ਨੂੰ ਅਕਸੀ ਹੋਈ ਦਿਸੀ। ਫਰ-ਫਰ-ਫਰ ਪੰਛੀ ਟਹਿਣੀਓਂ ਫੁਰਕ ਮਿਰਜ਼ੇ ਦੀਆਂ ਬਾਹਾਂ ਵਿੱਚ ਘੁੱਟਿਆ ਗਿਆ। ਜਦੋਂ ਬਾਹਾਂ ਖੁੱਲ੍ਹੀਆਂ, ਅੱਖਾਂ ਵਿੱਚ ਕੋਈ ਓਪਰਾ ਨਹੀਂ ਸੀ। ਇੱਕ ਦੀਆਂ ਅੱਖਾਂ ਵਿੱਚ ਦੂਜੇ ਦੇ ਨਕਸ਼ ਹੀ ਸਨ। ਇੱਕ ਦੇ ਦਿਲ ਵਿੱਚ ਦੂਜੇ ਦੀ ਧੜਕਣ ਸੁਣੀ ਜਾ ਰਹੀ ਸੀ। ਸਭ ਕੁਝ ਕਹਿਣਾ ਸੌਖਾ ਹੋ ਗਿਆ, ਕੁਝ ਵੀ ਕਰਨਾ ਔਖਾ ਨਾ ਰਿਹਾ। ਹੁਣ ਮਿਰਜ਼ਿਆ, ਤੂੰ ਕੀ ਕਰੇਗਾ? ਸਾਹਿਬਾਂ ਨੇ ਪੁੱਛਿਆ। ਤੂੰ ਮੇਰੀ ਏ, ਐਸੇ ਯਕੀਨ ਦੀ ਢਿੱਲ ਸੀ। ਹੁਣ ਕੋਈ ਜੰਮਿਆ ਨਹੀਂ ਤੈਨੂੰ ਮੇਰੇ ਕੋਲੋਂ ਖੋਹ ਖੜਨ ਵਾਲਾ। ਪਰ ਕਹਿੰਦੇ ਨੇ ਚੰਦੜਾਂ ਦੇ ਘਰ ਪੁੱਤਰਾਂ ਦੀ ਫੌਜ ਏ। ਇਹਨਾਂ ਬਾਹਾਂ ਵਿੱਚ ਪੂਰੇ ਲਸ਼ਕਰ ਦਾ ਜ਼ੋਰ ਏ। ਮਿਰਜ਼ੇ ਨੇ ਸਾਹਿਬਾਂ ਦੇ ਮੋਢਿਆਂ ਉੱਤੇ ਬਾਹਾਂ ਰੱਖ ਦਿੱਤੀਆਂ। ਪਰ ਮਿਰਜ਼ਿਆ, ਮੇਰੇ ਭਰਾਵਾਂ ਨਾਲ ਤੈਨੂੰ ਲੜਨਾ ਨਾ ਪਵੇ। ਸਾਹਿਬਾਂ ਦਾ ਰੰਗ ਝੌਂ ਗਿਆ। ਨਹੀਂ ਸਾਹਿਬਾਂ, ਉਹ ਮੇਰੇ ਵੀ ਭਰਾ ਨੇ। ਖਾਤਰ ਜਮਾ ਰੱਖ। ਮੇਰੇ ਤੀਰਾਂ ਤੇ ਮੇਰੀ ਬੱਖੀ ਦੇ ਹੁੰਦਿਆਂ ਮੈਨੂੰ ਕਿਸੇ ਨਾਲ ਲੜਨਾ ਨਹੀਂ ਪੈਣਾ, ਕਿਸੇ ਹੀਆ ਨਹੀਂ ਕਰਨਾ। ਪਰ ਜੇ ਮਾਪਿਆਂ ਦੀ ਨਮੋਸ਼ੀ ਤੋਂ ਘਬਰਾਵੇਂ ਤਾਂ ਮੈਨੂੰ ਦੱਸ ਦੇ। ਮਿਰਜ਼ੇ ਨੇ ਬਾਹਾਂ ਚੁੱਕ ਲਈਆਂ। ਨਮੋਸ਼ੀ ਉਹ ਆਪੇ ਸਹੇੜਦੇ ਨੇ। ਸਿਰਫ ਚਾਹੁੰਦੀ ਆਂ ਮੇਰੇ ਸਦਕਾ ਉਹਨਾਂ ਚੋਂ ਕਿਸੇ ਨੂੰ ਅਜ਼ਾ ਨਾ ਲੱਗੇ। ਜਿਸ ਦਰਖਤ ਚੋਂ ਪੁੰਗਰੀ ਵੱਡੀ ਹੋਈ ਤੇ ਤੇਰੇ ਵਰਗੇ ਸ਼ਹਿਜ਼ਾਦੇ ਦੀ ਨਜ਼ਰੇ ਚੜ੍ਹੀਆਂ, ਉਹ ਦਰਖਤ ਦਾ ਮੇਰੇ ਕੋਲੋਂ ਕੁਝ ਵਿਗੜੇ ਨਾ। ਫੇਰ ਤੂੰ ਬੇਫਿਕਰ ਰਹੋ। ਮੈਨੂੰ ਖਬਰ ਵੇਲੇ ਸਿਰ ਪਹੁੰਚ ਜਾਏ, ਮੈਂ ਤੇ ਬੱਕੀ ਪਹੁੰਚੇ ਜਾਣੀ। ਅਗਲੇ ਦਿਨ ਜਦੋਂ ਉਹਦੇ ਕੰਨੀ ਭਿਣਕ ਪਈ ਕਿ ਨਾਈ ਉਹਦਾ ਸਾਕ ਚੰਦੜਾਂ ਦੇ ਘਰ ਆਇਆ ਸੀ, ਉਹਦੇ ਖੰਭ ਢਹਿ ਪਏ। ਉਹਦੇ ਆਪਣੇ ਪਿੰਡ ਵਿੱਚ ਵੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਜਿਉਂ-ਜਿਉਂ ਤਿਆਰੀ ਵੱਧਦੀ ਗਈ, ਸਾਹਿਬਾਂ ਦਾ ਜੀ ਘਟਦਾ ਗਿਆ। 15 ਦਿਨ, 14 ਦਿਨ, 1 ਹਫ਼ਤਾ, ਅੱਧਾ ਹਫ਼ਤਾ। ਕੱਲ੍ਹ ਜੰਝ ਆਉਣ ਵਾਲੀ ਹੋ ਗਈ। ਮਿਰਜ਼ੇ ਵੱਲੋਂ ਕੋਈ ਖਬਰ ਨਾ ਆਈ। ਬੀਬੋ ਭੂਆ ਆਪ ਜਾ ਕੇ ਮਿਰਜ਼ੇ ਨੂੰ ਸਭ ਕੁਝ ਦੱਸ ਆਈ ਸੀ। ਮਿਰਜ਼ੇ ਆਖਿਆ ਸੀ, ਸਾਹਿਬਾਂ ਜ਼ਰਾ ਫਿਕਰ ਨਾ ਕਰੇ। ਜੰਝ ਆ ਟੁੱਕੀ। ਕਈ ਮੁਜਰੇ ਨਾਲ ਸਨ। ਸਾਰਾ ਪਿੰਡ ਰੰਗ ਰਾਗ ਵਿੱਚ ਮਸਤ ਹੋ ਗਿਆ। ਇੱਕ ਸਾਹਿਬਾਂ ਤੇ ਦੂਜੀ ਬੀਬੋ ਦੇ ਕਾਲਜੇ ਹੌਲ ਪੈ ਰਹੇ ਸਨ।
ਰਾਤ ਤੱਕ ਅੱਖਾਂ ਪੱਕ ਗਈਆਂ। ਹੁਣ ਤਰਕਾਲਾਂ ਵੀ ਡੂੰਘੀਆਂ ਪੈ ਗਈਆਂ ਸਨ। ਤਦੇ ਕਿਸੇ ਝੁੰਬ ਵਾਲੇ ਨੇ ਘੋੜੀ ਤਬੇਲੇ ਆ ਬੱਧੀ। ਬੀਬੋ ਦੀ ਜਾਨ ਵਿੱਚ ਜਾਨ ਆਈ। ਉਹਦਾ ਘਰਵਾਲਾ ਮੁਜਰਾ ਸੁਣਨ ਗਿਆ ਹੋਇਆ ਸੀ। ਪ੍ਰਾਹੁਣੇ ਨੂੰ ਅੰਦਰ ਖੜ ਕੇ ਉਸ ਸਾਹਿਬਾਂ ਦੀ ਵਿਥਿਆ ਸੁਣਾਈ ਤੇ ਪੁੱਛਿਆ ਉਹ ਕੀ ਚਾਹੁੰਦਾ ਸੀ। ਬਸ ਮਾਸੀ, ਆਖੀ ਸਾਹਿਬਾਂ ਤਿਆਰ ਰਹੇ। ਕੁੱਕੜ ਦੀ ਪਹਿਲੀ ਬਾਂਗੇ ਮੈਂ ਤੇ ਬੱਕੀ ਉਹਦੇ ਬੂਹੇ ਅੱਗੇ ਹੋਵਾਂਗੇ। ਦੁਨੀਆ ਉਸ ਵੇਲੇ ਬੇਖਬਰ ਸੁੱਤੀ ਹੋਵੇਗੀ। ਇੱਕ ਪਲ ਸਾਹਿਬਾਂ ਲਈ ਸਦੀਆਂ ਲੰਮਾ ਹੁੰਦਾ ਜਾ ਰਿਹਾ ਸੀ। ਜੇ ਮਿਰਜ਼ਾ ਨਾ ਆਇਆ, ਡੋਲੇ ਵਿੱਚ ਚੜੀ, ਕੱਲ ਮੈਂ ਮੌਤ ਦੇ ਮੋਢੀ ਚੁੱਕੀ ਪਈ ਜਾ ਰਹੀ ਹੋਵਾਂਗੀ। ਜੇ ਮਿਰਜ਼ਾ ਨਾ ਆਇਆ ਤੇ ਉਸ ਮੈਥੋਂ ਪੱਲਾ ਹੀ ਛੁਡਾਇਆ ਤਾਂ ਕਿਹਦੇ ਲਈ ਜੀਵਾਂਗੀ। ਮਿਰਜ਼ਾ ਜੇ ਅਪਣਾ ਲਏ ਤਾਂ ਮੈਂ ਕੈਦ ਵੀ ਕੱਟ ਗੁਜ਼ਾਰਾਂਗੀ। ਵਾਜਿਆਂ ਦੀਆਂ ਸੁਰਾਂ ਗੱਜੀਆਂ। ਸਾਹਿਬਾਂ ਨੇ ਕਲੇਜਾ ਦੋਹਾਂ ਹੱਥਾਂ ਵਿੱਚ ਫੜ ਲਿਆ। ਹਾਏ ਹਾਏ, ਮਿਰਜ਼ਾ ਨਹੀਂ ਆਇਆ। ਤੇ ਇੱਕਦਮ ਉਹ ਮਰਨ ਦੀਆਂ ਤਰਕੀਬਾਂ ਸੋਚਣ ਲੱਗ ਪਈ। ਬੀਬੋ ਨੇ ਆ ਕੇ ਬਾਹਾਂ ਵਿੱਚ ਵਲੇਟ ਲਿਆ। ਸੱਜਣ ਦੀ ਸੋਚ ਸੁਣ ਕੇ ਮਰਨ ਦੀ ਥਾਂ ਜਿਉਣ ਦੀਆਂ ਰੀਝਾਂ ਫੇਰ ਧੜਕ ਪਈਆਂ। ਅੱਧੀ ਰਾਤ ਚਾਨਣੀ ਸੀ। ਮੁਜਰਾ ਸੁਣ ਕੇ ਲੋਕ ਘਰੀਂ ਜਾ ਸੁੱਤੇ। ਦਿਨ ਦੇ ਢੋਲ ਟਮੱਕੇ ਪਿੱਛੋਂ ਪਿੰਡ ਵਿੱਚ ਬਹੁਤੀ ਹੀ ਚੁੱਪ-ਚਾਂ ਹੋ ਗਈ। ਇਸ ਚੁੱਪ-ਚਾਂ ਵਿੱਚ ਸਾਹਿਬਾਂ ਮੰਜੇ ਉੱਤੇ ਪਈ ਕੋਈ ਆਵਾਜ਼ ਉਡੀਕ ਰਹੀ ਸੀ। ਥਕੇਵੇਂ ਦਾ ਪੱਜ ਪਾ ਕੇ ਉਸ ਲੇਟਣ ਲੱਗਿਆਂ ਕੱਪੜੇ ਉਸੇ ਤਰ੍ਹਾਂ ਰਹਿਣ ਦਿੱਤੇ ਸਨ। ਘੋੜੀ ਦੇ ਪੈਰਾਂ ਦੀ ਚੱਪ-ਚੱਪ। ਸਾਹਿਬਾਂ ਉੱਠੀ, ਚੁਪਾਸੀ ਤੱਕਿਆ, ਸਭ ਸੁੱਤੇ ਪਏ ਸਨ। ਸੁੱਤੇ ਮੂੰਹ ਉਹਨੂੰ ਚੰਗੇ ਲੱਗੇ। ਉਸ ਹੌਕਾ ਭਰਿਆ, ਕਦੇ ਇਸ ਘਰੋਂ ਤਿਣਕਾ ਤੋੜ ਕੇ ਮੈਨੂੰ ਜਾਣਾ ਨਾ ਪੈਂਦਾ। ਤੇ ਮਲਕੜੇ ਵਿਹੜਾ ਲੰਘ, ਬੂਹਾ ਖੋਲ, ਉਹ ਕੰਧ ਦੇ ਨਾਲ ਲੱਗ ਖਲੋਤੀ। ਪਲਕੋਂ ਪਿੱਛੋਂ ਘੋੜੀ ਉਹਦੇ ਕੋਲ ਆ ਠਹਿਰੀ। ਝੁੰਬ ਵਾਲੇ ਸਵਾਰ ਨੇ ਰਕਾਬੋਂ ਇੱਕ ਪੈਰ ਕੱਢਿਆ। ਸਾਹਿਬਾਂ ਨੇ ਆਪਣਾ ਪੈਰ ਉਹਦੇ ਵਿੱਚ ਪਾ ਦਿੱਤਾ। ਸਵਾਰ ਦਾ ਵਧਿਆ ਹੱਥ ਫੜ ਕੇ ਦੂਜਾ ਕਾਠੀ ਨੂੰ ਪਾ, ਹੰਬਲਾ ਮਾਰ ਕੇ ਸਾਹਿਬਾਂ ਸਵਾਰ ਦੇ ਪਿੱਛੇ ਹੋ ਬੈਠੀ। ਉਹਦੀ ਮਿਹਰਬਾਨੀ ਦਾ ਬੇਆਵਾਜ਼ ਸ਼ੁਕਰੀਆ ਕਰਨ ਲਈ ਇੱਕ ਵਾਰ ਉਸ ਸਵਾਰ ਦੇ ਲੱਕ ਦੁਆਲੇ ਬਾਹਾਂ ਵਲੇਟ ਕੇ ਘੁੱਟੀਆਂ। ਮੂੰਹ ਨੀਵਾਂ ਕਰਕੇ ਸਵਾਰ ਨੇ ਬਾਹਾਂ ਚੁੰਮ ਲਈਆਂ। ਪਿੰਡ ਦੀ ਜੂਹੋਂ ਨਿਕਲ ਕੇ ਬੱਕੀ ਉੱਡ ਪਈ। ਮਿਰਜ਼ੇ ਦਾ ਸੁਪਨਾ ਸੱਚ ਹੋ ਗਿਆ। ਕੁਝ ਵਾਟ ਲੰਘ ਕੇ ਮਿਰਜ਼ੇ ਨੂੰ ਸਾਹਿਬਾਂ ਨਾਲ ਕੀਤਾ ਇਕਰਾਰ ਯਾਦ ਆਇਆ। ਤੇਰੇ ਭਰਾਵਾਂ ਨੂੰ ਅਜ਼ਾਂ ਨਹੀਂ ਆਵੇਗੀ। ਪਰ ਜੇ ਉਹਨਾਂ ਪਿੱਛਾ ਕੀਤਾ ਤਾਂ ਟਾਕਰਾ ਹੋ ਪੈਣਾ ਸੀ। ਇਹ ਸੋਚ ਕੇ ਮਿਰਜ਼ੇ ਨੇ ਦਾਨਾਬਾਦ ਦਾ ਰਾਹ ਛੱਡ ਦਿੱਤਾ ਤੇ ਲੰਮੇ ਵਲੇ ਲਈ ਵਾਗਾਂ ਮੋੜ ਦਿੱਤੀਆਂ। ਪੌ ਫੁੱਟਦਿਆਂ ਇੱਕ ਫਲ ਫੁੱਲਿਆ ਬਾਗ ਸਾਹਮਣੇ ਆ ਗਿਆ। ਦਰਖਤ ਦੇ ਇੱਕ ਝੁੰਡ ਹੇਠਾਂ ਬੱਕੀ ਖਿਲਾਰ ਕੇ ਮਿਰਜ਼ਾ ਉਤਰਿਆ ਤੇ ਸਾਹਿਬਾਂ ਨੂੰ ਲਾ ਕੇ ਉਸ ਆਪਣੇ ਨਾਲ ਲਾ ਲਿਆ। ਮਿਲਣੀ ਦੇ ਚੈਨ ਵਿੱਚ ਸਭ ਤੌਖਲੇ ਗਵਾਚ ਗਏ। ਸਾਹਿਬਾਂ ਨੇ ਮਿਰਜ਼ੇ ਦੇ ਮੋਢਿਓਂ ਕਮਾਨ ਫੜ ਲਈ। ਮਿਰਜ਼ੇ ਨੇ ਉਹਦੇ ਵਿੱਚ ਇੱਕ ਤੀਰ ਅੜਾ ਦਿੱਤਾ। ਇਹ ਤੀਰ ਤੇ ਇਹ ਕਮਾਨ, ਇਹ ਬੱਕੀ ਤੇ ਇਹ ਮੇਰੀਆਂ ਬਾਹਾਂ ਤੇ ਤੂੰ। ਮਿਰਜ਼ੇ ਨੇ ਸਾਹਿਬਾਂ ਦਾ ਸਿਰ ਚੁੰਮਦਿਆਂ ਆਖਿਆ, ਦੋਵੇਂ ਆਲਮ ਮੈਨੂੰ ਆਪਣੇ ਜਾਪਦੇ ਨੇ। ਮਿਰਜ਼ਿਆ, ਇੱਥੇ ਕਿਉਂ ਠਹਿਰਨਾ ਏ? ਚੱਲ ਘਰ ਪਹੁੰਚੀਏ। ਨਹੀਂ ਸਾਹਿਬਾਂ, ਕੀ ਪਤਾ ਉੱਥੇ ਕਿਹੜੇ ਟੰਟੇ ਹੋਣ। ਉਹਨਾਂ ਵਿੱਚ ਫਸਣ ਤੋਂ ਪਹਿਲਾਂ ਤੈਨੂੰ ਸਾਰੀ ਨੂੰ ਆਪਣੇ ਦਿਲ ਵਿੱਚ ਪਾਣ ਦੀ ਰੀਝ ਤਾਂ ਲਾ ਲਵਾਂ। ਇੱਕ ਸਾਇਤ ਲਈ ਤੂੰ ਦੁਨੀਆ ਸਾਰੀ ਭੁੱਲ ਜਾ। ਇਸ ਮੇਰੇ ਦਰਦਾਏ ਦਿਲ ਦੀ ਏ ਸਾਹਿਬਾਂ, ਫੁਰਕਤ ਦੀ ਚੀਸ ਮੇਰੀ ਹਟਾ ਦੇ। ਇੱਕਦਮ ਦੁਨੀਆ ਦੀ ਜ਼ਮੀਨ ਉੱਤੋਂ ਸਾਹਿਬਾਂ ਦੇ ਪੈਰ ਚੁੱਕੇ ਗਏ। ਪਿਆਰ ਦੇ ਨਿਰਦੋਖੀ ਅਸਮਾਨ ਵਿੱਚ ਉਸ ਧਾ ਮਿਰਜ਼ੇ ਗਲ ਬਾਹਾਂ ਪਾਈਆਂ। ਦਿਲ ਦਾ ਮਹਿਰਮ ਦਿਲ ਨਾਲ ਲਗਾ, ਵਰਿਆਂ ਦੀ ਖਲਾ ਭਰੀ ਗਈ। ਮਿਰਜ਼ੇ ਦੀ ਰੂਹ ਤੋਂ ਜਿਉਂ ਕੋਈ ਸ਼ਿਕੰਜਾ ਖੁੱਲ੍ਹ ਗਿਆ। ਸਾਹਿਬਾਂ, ਇਸ ਘੜੀ ਦੇ ਬਹਿਸ਼ਤ ਦੀ ਕੀਮਤ ਮੈਂ ਸਾਰੀ ਜ਼ਿੰਦਗੀ ਨਾਲ ਦੇਣ ਨੂੰ ਤਿਆਰ ਹਾਂ। ਇਹ ਸਿਰ ਮੇਰਾ ਮੈਨੂੰ ਆਪਣੇ ਪੱਟਾਂ ਤੇ ਧਰ ਲੈਣ ਦੇ। ਉੱਪਰੋਂ ਤੂੰ ਮੇਰੀਆਂ ਅੱਖਾਂ ਵਿੱਚ ਵੇਖੀ। ਤੇ ਮਿਰਜ਼ਾ ਲੇਟ ਗਿਆ। ਬਾਹਾਂ ਭੁਆ ਕੇ ਉਸ ਸਾਹਿਬਾਂ ਦੁਆਲੇ ਪਾ ਲਈਆਂ। ਕਦੇ ਆਪ ਸਾਹਿਬਾਂ ਦਾ ਸਿਰ ਨਿਉਂਦਾ ਤੇ ਕਦੇ ਉਹ ਆਪ ਨਿਵਾ ਲੈਂਦਾ। ਥੱਕੇ ਅੰਗਾਂ ਨੂੰ ਪਿਆਰ ਦੀ ਝਰਦੀ ਫੁਹਾਰ ਨੇ ਸੁਸਤਾ ਦਿੱਤਾ। ਅੱਖਾਂ ਮੀਟੀਆਂ ਗਈਆਂ। ਤਰਕਸ਼ ਤੇ ਕਮਾਨ ਉਹਨੂੰ ਚੁੱਭਦੇ ਵੇਖ ਕੇ ਸਾਹਿਬਾਂ ਨੇ ਗਲੋਂ ਲਾ ਕੇ ਇੱਕ ਪਾਸੇ ਕਰ ਦਿੱਤੇ ਤੇ ਉਹਦੇ ਨੀਂਦ ਵਿੱਚ ਸਪਨਾਏ ਨਕਸ਼ਾਂ ਨੂੰ ਵੇਖ-ਵੇਖ
ਖੀਵੀ ਹੁੰਦੀ ਗਈ। ਹੁਣ ਫੇਰ ਉਹਨੂੰ ਪਿੱਛੇ ਦਾ ਚੇਤਾ ਆ ਗਿਆ। ਕੋਈ ਖੜਾਕ ਆਉਂਦਾ, ਉਹ ਤਰਬਕ ਪੈਂਦੀ, ਮਿਰਜ਼ੇ ਨੂੰ ਜਗਾਉਣਾ ਚਾਹੁੰਦੀ, ਪਰ ਉਹ ਖੜਾਕ ਐਵੇਂ ਹੀ ਹੋਇਆ ਹੁੰਦਾ। ਪਰ ਜੇ ਕਿਸੇ ਦੀ ਸੂਹ ਉੱਤੇ ਉਹ ਇੱਧਰ ਆ ਹੀ ਜਾਣ। ਉਸਨੇ ਤਰਕਸ਼ ਦੇ ਤੀਰ ਗਿਣੇ, 12 ਤੋਂ ਵੀ ਵਧੇਕ ਸਨ। ਉਸ ਕਮਾਨ ਉੱਤੇ ਹੱਥ ਫੇਰਿਆ। ਬੜੀ ਨਿਰਦਈ ਕਮਾਨ ਸੀ। ਭਰਾਵਾਂ ਦਾ ਚੇਤਾ ਆ ਗਿਆ। ਮਿਰਜ਼ੇ ਦੇ ਬੇਖਤਾ ਨਿਸ਼ਾਨੇ ਦੀ ਸ਼ੌਹਰਤ ਆ ਗਈ। ਉਹਦਾ ਦਿਲ ਕੰਬ ਉੱਠਿਆ। ਪਰ ਮਿਰਜ਼ੇ ਦਾ ਮੇਰੇ ਨਾਲ ਇਕਰਾਰ ਏ। ਉਹਨੂੰ ਤਸੱਲੀ ਦਾ ਸਾਹ ਆਇਆ। ਪਰ ਜੇ ਉਹ ਉੱਤੇ ਹੀ ਆ ਗਏ, ਕਿਕਰ ਮਿਰਜ਼ਾ ਇਕਰਾਰ ਨਿਭਾਏਗਾ? ਉਹ ਬਹੁਤੇ ਹੋਣਗੇ। ਤੀਰਾਂ ਨਾਲ ਤਾਂ ਉਹ ਲਸ਼ਕਰ ਫੁੰਡ ਸਕਦਾ। ਸਾਹਿਬਾਂ ਨੇ ਮਲਕੜੇ ਜਿਹੇ ਮਿਰਜ਼ੇ ਨੂੰ ਜਗਾਇਆ। ਉੱਠ ਚੱਲ ਪਈਏ। ਪਰ ਮਿਰਜ਼ਾ ਕਿਸੇ ਮਿੱਠੇ ਸੁਪਨੇ ਦੀ ਲੋਰ ਵਿੱਚ ਸੀ। ਕੋਈ ਆ ਗਿਆ ਹੈ? ਉਸ ਪੁੱਛਿਆ। ਨਹੀਂ, ਸੁਣ ਕੇ ਉਹ ਫੇਰ ਸੌਂ ਗਿਆ। ਭਰਾਵਾਂ ਜ਼ਰੂਰ ਆ ਜਾਣਾ ਹੈ। ਸਾਹਿਬਾਂ ਦਾ ਡਰ ਵੱਧਦਾ ਗਿਆ। ਸਾਰੇ ਮਰ ਜਾਣਗੇ। ਪਿਆਰਾ ਸਿਰ ਪੱਟਾਂ ਤੋਂ ਅਡੋਲ ਲਾ ਕੇ ਤਰਕਸ਼ ਉਸ ਚੁੱਕ ਲਿਆ ਤੇ ਦੁਰਾਡੇ ਜੰਡ ਦੇ ਪਿਛਲੇ ਪਾਸੇ ਦੀ ਉੱਚੀ ਜਿਹੀ ਟਹਿਣੀ ਨਾਲ ਅਟਕਾ ਆਈ ਤੇ ਮੁੜ ਉਹ ਸੋਹਣਾ ਸਿਰ ਪੱਟ ਉੱਤੇ ਧਰ ਲਿਆ। ਤੇ ਜੇ ਉਹਨਾਂ ਨੇ ਹੱਥੇ ਮਿਰਜ਼ੇ ਨੂੰ ਮਾਰ ਦਿੱਤਾ? ਸੋਚ ਕੇ ਦਿਲ ਦਹਿਲ ਗਿਆ। ਮੈਂ ਵਿੱਚ ਪੈ ਜਾਵਾਂਗੀ। ਮੈਨੂੰ ਚੀਰ ਕੇ ਲੰਘੇ ਬਿਨਾਂ ਮਿਰਜ਼ੇ ਨੂੰ ਤਲਵਾਰ ਨਹੀਂ ਛੂ ਸਕੇਗੀ। ਜੇ ਉਹਨਾਂ ਦੀ ਮੌਤ ਮੈਂ ਸਹਾਰ ਨਹੀਂ ਸਕਦੀ, ਉਹ ਮੇਰੀ ਕੀਕਰ ਸਹਾਰ ਲੈਣਗੇ। ਇਸ ਸੋਚ ਨੇ ਠੰਡ ਜਿਹੀ ਪਾ ਦਿੱਤੀ ਤੇ ਮਿਰਜ਼ੇ ਦੇ ਮੱਥੇ ਉੱਤੇ ਪੌਣ ਨਾਲ ਆ ਡਿੱਗੇ ਕੁੰਡਲਾਂ ਨੂੰ ਪਰਾਂ ਕਰਕੇ ਉਹਨੇ ਉਹਦਾ ਮੱਥਾ ਚੁੰਮ ਲਿਆ। ਉਹਨੂੰ ਘੋੜਿਆਂ ਦੀ ਟਪ-ਟਪ ਸੁਣਾਈ ਪਈ। ਉਹ ਆ ਨਿਕਲੇ। ਛੋਟਾ ਛਿੰਦਾ ਭਰਾ ਉਸ ਅੱਗੇ ਪਛਾਣ ਲਿਆ। ਉਹਨੂੰ ਹੱਥ ਪੈਰ ਪੈ ਗਏ। ਉਸ ਮਿਰਜ਼ੇ ਨੂੰ ਝੂਣ ਜਗਾਇਆ। ਉੱਠ ਬੱਕੀ ਤੇ ਚੜ੍ਹ ਨੱਠ ਚਲੀਏ। ਤਰਕਸ਼, ਮੇਰਾ ਤਰਕਸ਼, ਸਾਹਿਬਾ ਮੇਰੇ ਗਲ ਵਿੱਚ ਸੀ। ਮੈਂ ਮਾਰਦਾ ਨਹੀਂ। ਤਣੇ ਤੀਰ ਦਾ ਲਲਕਾਰਾ ਹੀ ਆਫਤ ਟਾਲ ਦੇਗਾ। ਕਿੱਥੇ ਮੇਰਾ ਤਰਕਸ਼? ਉਹ ਮੇਰਾ ਤਰਕਸ਼? ਮਿਰਜ਼ਿਆ, ਮੈਨੂੰ ਬਖਸ਼ ਦੇਈ। ਭਰਾਵਾਂ ਦੇ ਦਰਦੇ ਮੈਂ ਤੇਰੇ ਨਾਲ ਬੇਦਰਦ ਹੋ ਗਈ ਸਾਂ। ਤਰਕਸ਼, ਤੇਰੇ ਹੱਥਾਂ ਤੋਂ ਪਰਾਂ ਕਰ ਦਿੱਤਾ ਹੈ। ਹੁਣ ਉਹ ਤੇਰੇ ਕਿਸੇ ਕੰਮ ਨਹੀਂ। ਉਹ ਆ ਪਹੁੰਚੇ, ਮਾਰ ਫੜਾਕੀ ਬੱਕੀ ਉੱਤੇ। ਨਹੀਂ ਸਾਹਿਬਾਂ, ਤੈਨੂੰ ਛੱਡ ਕੇ ਮੈਂ ਨੱਠ ਨਹੀਂ ਸਕਦਾ। ਤੇ ਦੌੜ ਕੇ ਕਾਠੀ ਨਾਲੋਂ ਉਹ ਤਲਵਾਰ ਧੂ ਲਿਆਇਆ। ਹੁਣ ਸਾਹਿਬਾਂ, ਗਿਣਤੀ ਨੇ ਜਿੱਤਣਾ ਹੈ। ਮਾਫ਼ ਕਰ ਦੇਈਂ ਜੇ ਕਿਸੇ ਤੇਰੇ ਭਰਾ ਨੂੰ ਚੋਟ ਆ ਜਾਏ। ਪਰ ਮੈਂ ਲੜਦਿਆਂ ਹੀ ਮਰ ਸਕਣਾ। ਸਾਹਿਬਾਂ ਉਹਦੇ ਗਲ ਦੇ ਨਾਲ ਚੰਬੜ ਗਈ। ਮਿਰਜ਼ੇ ਨੇ ਪਰਾਂ ਹਟਾ ਲਈ। ਉਹ ਤੈਨੂੰ ਕਾਹਨੂੰ ਮਾਰਨਗੇ? ਉਹ ਤੈਨੂੰ ਕਾਹਨੂੰ ਮਾਰਨਗੇ? ਇੱਕ ਨਹੀਂ, 2 ਜਣੇ ਤੈਨੂੰ ਮੇਰੇ ਨਾਲੋਂ ਲਾਹ ਕੇ ਖੰਜਰ ਮੇਰੇ ਸੀਨਿਓਂ ਪਾਰ ਕਰ ਦੇਣਗੇ। ਹਟ ਜਾ ਸਾਹਿਬਾਂ। ਉਹ ਉੱਤੇ ਆ ਗਏ। ਮੈਨੂੰ ਆਪਣੀ ਤਕਦੀਰ ਨੂੰ ਮਿਲ ਲੈਣ ਦੇ। ਮਿਰਜ਼ੇ ਨੇ ਤਲਵਾਰ ਸੂਤ ਲਈ। 7 ਜਣੇ ਘੋੜਿਆਂ ਤੋਂ ਹੇਠਾਂ ਧਮਕੇ। ਤਲਵਾਰਾਂ ਲਿਸ਼ਕ ਪਈਆਂ। ਸਾਹਿਬਾਂ ਕੁੱਦ ਕੇ ਵਿੱਚ ਜਾ ਖਲੋਤੀ। ਵੇ ਵੀਰਨੋ, ਹੁਣ ਨਾ ਮੈਂ ਨੱਸ ਸਕਨੀ ਆ, ਨਾ ਮਿਰਜ਼ਾ। ਕਾਲੀ ਨਾ ਕਰੋ ਮੇਰੇ ਹਮਸ਼ੀਰੋ। ਅਸਾਂ ਕਿਸੇ ਦੀ ਕੋਈ ਗੱਲ ਨਹੀਂ ਸੁਣਨੀ। ਆਪਣਾ ਚੋਰ ਅਸਾਂ ਘੇਰ ਲਿਆ। ਇਹ ਉਹਦਾ ਭਰਾ ਨਹੀਂ ਸੀ। ਸਾਹਿਬਾਂ ਇਹਨੂੰ ਨਹੀਂ ਸੀ ਪਛਾਣਦੀ। ਪਰ ਜੇ ਰਾਤੀਂ ਉਹ ਨੱਠ ਨਾ ਆਉਂਦੀ ਤਾਂ ਅੱਜ ਇਹ ਉਹਦਾ ਖੌਂਦ ਬਣਿਆ ਹੁੰਦਾ। ਤਾਹਰ, ਮੇਰੇ ਹਮਸ਼ੀਰੋ, ਮੈਂ ਤੁਹਾਨੂੰ ਕਹਿੰਨੀ ਆ, ਤੁਹਾਨੂੰ ਜਿਨ੍ਹਾਂ ਦੀ ਵਫਾ ਖਾਤਰ ਮੈਂ ਮਿਰਜ਼ੇ ਨਾਲ ਬੇਵਫਾ ਹੋਈ ਆਂ। ਚੰਗੀ ਵਫਾ ਤੂੰ ਸਾਡੇ ਨਾਲ ਕਰਕੇ ਆਈ ਓ। ਛੋਟਾ ਭਰਾ ਬੋਲਿਆ। ਇੱਕੋ ਵਾਰੀ ਜ਼ਿੰਦਗੀ ਵਿੱਚ ਮੈਂ ਆਪਣੇ ਦਿਲ ਨਾਲ ਵੀ ਵਫਾ ਪਾਲੀ। ਹਮੇਸ਼ਾ ਮੈਂ ਦੂਜਿਆਂ ਦੀ ਵਫਾਦਾਰੀ ਰਹੀ। ਪਰ ਛੱਡੋ ਇਹ ਗੱਲ। ਮੈਂ ਇਹਦੇ ਤੀਰ ਨਾ ਲੁਕਾਏ ਹੁੰਦੇ ਤਾਂ ਤੁਹਾਡੇ ਚੋਂ ਕਈਆਂ ਨੇ ਇਸ ਵੇਲੇ ਆਪਣੇ ਪੈਰੀ ਨਹੀਂ ਸੀ ਖਲੋਤੇ ਹੋਣਾ। ਇਸ ਮੇਰੀ ਵਫਾ ਸਦਕਾ ਹੀ ਮੇਰੀ ਗੱਲ ਸੁਣ ਲਵੋ। ਕੀ ਚਾਹਨੀ ਏ? ਦੱਸ। ਵੱਡਾ ਭਰਾ ਬੋਲਿਆ। ਜਿਉਂਦਾ ਇਹਨੂੰ ਅਸੀਂ ਛੱਡਣੋਂ ਰਹੇ। ਇਹ ਸਾਡਾ ਚੋਰ ਏ। ਤਾਹਰ ਫੇਰ ਨਾ ਰਹਿ ਸਕਿਆ ਤੇ ਨਾਲੇ ਮਿਰਜ਼ੇ ਦੇ ਢਿੱਡ ਦਾ ਨਿਸ਼ਾਨਾ ਕਰਕੇ ਉਸਨੇ ਆਪਣੀ ਤਲਵਾਰ ਵਗਾਹ ਮਾਰੀ। ਨਿਸ਼ਾਨਾ ਚੁੱਕ ਗਿਆ, ਪਰ ਮਿਰਜ਼ੇ ਦਾ ਸਾਰਾ ਲਹੂ ਖੌਲ ਉੱਠਿਆ। ਸ਼ੀਂਹ ਵਾਂਗ ਉਹ ਲਪਕਿਆ। ਇਹਦੇ ਬਾਰੇ ਸਾਹਿਬਾਂ, ਮੇਰਾ ਇਕਰਾਰ ਕੋਈ ਨਹੀਂ।
ਇੱਕੋ ਵਾਰ ਨਾਲ ਹੀ ਤਾਹਰ ਨੂੰ ਮਿਰਜ਼ੇ ਨੇ ਢੇਰੀ ਕਰ ਦਿੱਤਾ। ਇਹ ਵੇਖ ਸਾਰੇ ਉਹਦੇ ਉੱਤੇ ਟੁੱਟ ਪਏ। ਤਲਵਾਰ ਉੱਤੇ ਤਲਵਾਰ ਖੜਕੀ। ਮਿਰਜ਼ਾ ਤੇਗ ਦਾ ਵੀ ਧਨੀ ਸੀ। ਸਭ ਦੇ ਵਾਰ ਰੁਕੀ ਗਿਆ। ਸਾਹਿਬਾਂ ਕੁਰਲਾਂਦੀ, ਭਰਾਵਾਂ ਦੇ ਪੈਰੀਂ ਪੈਂਦੀ, ਹੱਥ ਫੜਦੀ, ਵਾਸਤੇ ਪਾਂਦੀ। ਨਾ ਵੇ ਵੀਰੋ, ਨਾ ਤੁਹਾਡੀ ਗੁਨਾਹੀ ਮੈਂ, ਇਹਦੇ ਨਾਲ ਦਗਾ ਵੀ ਮੈਂ ਹੀ ਕੀਤਾ, ਇਹਨੂੰ ਮੰਗਾਇਆ ਵੀ ਮੈਂ ਵੀਰੋ, ਤੁਹਾਡੀ ਖਾਤਰ ਨਾ ਵੀਰੋ ਨਾ, ਇੱਕੋ ਆਪਣੀ ਹਮਸ਼ੀਰਾ ਖਾਤਰ। ਤਲਵਾਰਾਂ ਦੇ ਖੜਕਾਰ ਵਿੱਚ ਕਿਸੇ ਉਹਦਾ ਵਾਸਤਾ ਨਾ ਸੁਣਿਆ। 6 ਤਲਵਾਰਾਂ ਦੇ ਵਾਰ ਰੋਕਦਿਆਂ ਮਿਰਜ਼ੇ ਦੀਆਂ ਬਾਹਾਂ ਓੜਕ ਭਾਰੀਆਂ ਹੋ ਗਈਆਂ। ਸਾਰੇ ਵਾਰ ਹੁਣ ਰੁਕਦੇ ਨਾ। ਕਦੇ ਡੋਲੇ ਵਿੱਚੋਂ ਲਹੂ ਦੀ ਤੰਦੀਰੀ ਛੁੱਟ ਪੈਂਦੀ, ਕਦੇ ਮੋਢੇ ਉੱਤੇ ਚੀਰ ਪੈ ਜਾਂਦਾ ਤੇ ਹਿੱਕ ਵੀ ਪੱਛੀ ਗਈ। ਸਾਹਿਬਾਂ ਕੋਲੋਂ ਵੇਖਿਆ ਨਾ ਜਾਂਦਾ। ਉਹ ਵਿੱਚ ਧੱਸ ਪੈਂਦੀ। ਮਾਰ ਖਾਂ ਜੱਫਾ ਇਹਨੂੰ। ਤੇ ਇੱਕ ਭਰਾ ਨੇ ਸਾਹਿਬਾਂ ਨੂੰ ਜਕੜ ਕੇ ਬੇਵੱਸ ਕਰ ਦਿੱਤਾ। ਮਿਰਜ਼ੇ ਨੂੰ ਲੱਗੀ ਹਰ ਸੱਟ ਉੱਤੇ ਸਾਹਿਬਾਂ ਦੇ ਅੰਦਰੋਂ ਕੂਕ ਨਿਕਲਦੀ। ਓੜਕ ਇੱਕ ਡੂੰਘਾ ਵਾਰ ਮਿਰਜ਼ੇ ਦੀ ਹਿੱਕ ਉੱਤੇ ਹੋਇਆ। ਉਹ ਢਹਿ ਪਿਆ ਤੇ ਉਹਦੀ ਤਲਵਾਰ ਹੱਥੋਂ ਡਿੱਗ ਪਈ। ਇੱਕਦਮ ਸਾਹਿਬਾਂ ਵਿੱਚ ਛੀਣੀ ਦਾ ਜ਼ੋਰ ਆ ਗਿਆ। ਭਰਾ ਦੀ ਜੱਫੀ ਵਿੱਚੋਂ ਨਿਕਲ ਉਹ ਮਿਰਜ਼ੇ ਦੇ ਸਾਹਮਣੇ ਜਾ ਖਲੋਤੀ। ਉਹਨੇ ਉਹਦੀ ਤਲਵਾਰ ਹੱਥ ਵਿੱਚ ਕੁੱਟ ਲਈ। ਹੁਣ ਨਾ ਮੇਰੇ ਨੇੜੇ ਆਉਣਾ। ਸਾਹਿਬਾਂ ਨਹੀਂ, ਮੈਂ ਸ਼ੁਦੈਣ ਜੇ। ਤੁਸਾਂ ਮਿਰਜ਼ੇ ਨੂੰ ਮਾਰ ਲਿਆ। 2 ਘੜੀਆਂ ਦਾ ਉਹ ਹੁਣ ਮਹਿਮਾਨ ਏ। ਉਹਦੇ ਨਾਲ ਕੀਤੇ ਦਗੇ ਦੀ ਮਾਫੀ ਮੈਨੂੰ ਮੰਗ ਲੈਣ ਦਿਓ। ਇਸ ਗਮ ਤੇ ਨਿਡਰਤਾ ਦੇ ਸਾਹਮਣੇ ਕੌਣ ਨਾ ਠਠੰਬਰ ਜਾਂਦਾ। ਉਹ ਦੂਰ ਪਰਾਂ ਚਲੇ ਗਏ। ਸਾਹਿਬਾਂ ਨੇ ਮਿਰਜ਼ੇ ਦੇ ਲਹੂ ਲਿਬੜੇ ਵਾਲ ਮੱਥੇ ਤੋਂ ਹਟਾਏ। ਚੁੰਨੀ ਨਾਲ ਅੱਖਾਂ ਤੋਂ ਲਹੂ ਪੂੰਝਿਆ, ਮੱਥਾ ਚੁੰਮਿਆ। ਮਿਰਜ਼ਿਆ। ਹਾਂ ਸਾਹਿਬਾਂ। ਮੈਨੂੰ ਮਾਫ ਕਰ ਦੇਂਗਾ? ਮਾਫੀ ਕਾਦੀ? ਮੈਂ ਆਪਣੀ ਜ਼ਿੰਦਗੀ ਦਾ ਪੂਰਾ ਮੁੱਲ ਲੈ ਲਿਆ। ਇੱਕ ਫਰਿਸ਼ਤੇ ਨੂੰ ਛੋਹ ਲਿਆ। ਮੈਂ ਤੈਨੂੰ ਕੁਝ ਨਹੀਂ ਦਿੱਤਾ, ਸਿਰਫ ਮੌਤ ਹੀ ਦਿੱਤੀ। ਨਹੀਂ, ਤੂੰ ਮੈਨੂੰ ਲਾਫਾਨੀ ਬਣਾ ਦਿੱਤਾ। ਕੀ ਮਿਰਜ਼ਿਆ, ਇੱਕ ਪਲ ਹੋਰ ਤੂੰ ਅੱਖੀਆਂ ਖੁੱਲੀਆਂ ਰੱਖ ਸਕਣਾ ਏ? ਇਹ ਮਿਟ ਜਾਂਦੀਆਂ ਨੇ, ਪਰ ਤੂੰ ਚਾਹਨੀ ਏ ਤਾਂ ਇਹ ਖੁੱਲੀਆਂ ਰਹਿਣਗੀਆਂ। ਪਰ ਮੇਰਾ ਹੱਥ ਜੇ ਤੂੰ ਆਪਣੇ ਹੱਥ ਵਿੱਚ ਫੜੀ ਰੱਖੇ। ਸਾਹਿਬਾਂ ਨੇ ਝੁਕ ਕੇ ਉਹਦਾ ਹੱਥ ਚੁੰਮ ਲਿਆ। ਮੈਂ ਕੁਰਬਾਨ ਮਿਰਜ਼ਿਆ। ਮੈਂ ਚਾਹਨੀ ਆ ਤੂੰ ਵੇਖ ਲਵੇਂ, ਮੈਂ ਤੇਰੇ ਨਾਲ ਨਹੀਂ, ਆਪਣੀ ਤਕਦੀਰ ਨਾਲ ਬੇਵਫਾਈ ਕੀਤੀ ਏ। ਇਹ ਨਾ ਜਾਣੀ ਮੈਨੂੰ ਭਰਾ ਤੈਥੋਂ ਵੱਧ ਪਿਆਰੇ ਸਨ। ਸਿਰਫ ਆਪਣੀ ਖੁਸ਼ੀ ਨਾਲੋਂ ਦੂਜਿਆਂ ਦੀ ਖੁਸ਼ੀ ਵੱਧ ਪਿਆਰਨ ਦੀ ਮੇਰੀ ਵਾਦੀ ਤੇਰੀ ਕਾਤਲ ਬਣ ਗਈ। ਹਾਂ, ਮੈਂ ਤੇਰੀ, ਤੈਥੋਂ ਮੈਨੂੰ ਕੋਈ ਨਖੇੜ ਨਹੀਂ ਸਕਦਾ। ਤੇ ਸਾਹਿਬਾਂ ਉੱਠ ਕੇ ਮਿਰਜ਼ੇ ਦੀਆਂ ਖੁੱਲੀਆਂ ਅੱਖਾਂ ਸਾਹਮਣੇ ਹੋ ਖਲੋਤੀ। ਉਹਦੇ ਹੱਥ ਵਿੱਚ ਮਿਰਜ਼ੇ ਦੀ ਤਲਵਾਰ ਸੀ। ਦਸਤੇ ਨੂੰ ਚੁੰਮ ਕੇ ਉਹ ਆਪਣੇ ਢਿੱਡ ਵਿੱਚ ਖੋਭ ਲਈ ਤੇ ਡਿੱਗਦੀ ਮਿਰਜ਼ੇ ਦੇ ਪਾਸੇ ਨਾਲ ਲੇਟ ਗਈ।